ਇਦਾਂ ਦਾ ਬੰਦਾ ਨਾ ਆਪਣੀ ਸਿਪ ਖੋਲ ਕੇ ਤੇ ਆਪਣੇ ਚਪੇੜਾ ਮਾਰ ਲਾ ਬੰਦਾ। ਨਹੀਂ ਕਰ ਸਾਹਿਬ ਤੁਸੀਂ ਗੱਲ ਸਮਝੀ ਨਹੀਂ। ਕੀ ਵਜ੍ਹਾ? ਮੇਰੀਆਂ ਲਾਲਾਂ ਵਗਦੀਆਂ, ਨਹੀਂ ਮੈਂ ਮਸਤ ਹਾਂ, ਨਹੀਂ ਮੇਰੀ ਪੈਂਟ ਲੈ ਕੇ ਡਿੱਗ ਪੈਂਦੀ ਹੈ, ਮੈਂ ਟੁਰਦਾ ਤੇ ਛਿੱਕਾ ਮਾਰਦਾ ਰਹਿਣਾ। ਮੈਂ ਗੱਲ ਕਿਉਂ ਨਹੀਂ ਸਮਝਿਆ? ਪੜਿਆ ਲਿਖਿਆ ਬੰਦਾ ਉਹ ਹੁੰਦਾ ਹੈ ਜਿਹਦੇ ਕੋਲ ਬਹਿ ਕੇ ਕੋਈ ਵੀ ਬੰਦਾ ਆਪਣੇ ਆਪ ਨੂੰ ਅਨਪੜ੍ਹ ਮਹਿਸੂਸ ਨਾ ਕਰੇ। ਪੜਿਆ ਲਿਖਿਆ ਬੰਦਾ ਉਹ ਹੁੰਦਾ ਹੈ ਜਿਹੜਾ ਅਨਪੜ੍ਹ ਕੋ ਬਹਿ ਕੇ ਨਾ ਉਹ ਤੋਂ ਬਹੁਤਾ ਅਨਪੜ੍ਹ ਹੋ ਜਾਵੇ। ਇਹ ਨਹੀਂ ਪੜਿਆ ਲਿਖਿਆ ਹੁੰਦਾ ਕਿ ਤੁਸੀਂ ਪੜ੍ਹੇ ਲਿਖੇ ਹੋ ਤੇ ਮੈਨੂੰ ਹੁਣ ਕੱਖ ਵੀ ਨਹੀਂ ਪਤਾ, ਮੈਂ ਇੱਕ ਮਜ਼ਦੂਰ ਗਰੀਬ ਆਦਮੀ ਆ ਘਰ 'ਚ ਕੰਮ ਕਰਨ ਵਾਲਾ ਤੇ ਤੁਸੀਂ ਮੈਨੂੰ ਇੰਗਲਿਸ਼ ਹੀ ਸੁਣਾਈ ਜਾਓ। ਇਹ ਪੜਿਆ ਲਿਖਿਆ ਨਹੀਂ ਹੁੰਦਾ। ਤੇ ਅਗਲੀ ਗੱਲ ਇਹ ਹੈ ਕਿ ਜਿਹੜਾ ਸਾਡਾ ਪਾਕਿਸਤਾਨ ਆ ਨਾ, ਇਹ 'ਚ ਕੋਈ 10 ਵੀ ਪੜ੍ਹੇ ਲਿਖੇ ਆ, ਅੱਛਾ ਜੀ, ਬਾਕੀ ਅੰਗਰੇਜ਼ੀ ਬੋਲਣ ਵਾਲਾ ਹੀ ਹੈ। ਕਿਉਂਕਿ ਉਹ ਹਰ ਬੰਦੇ ਦੇ ਅੱਗੇ ਬੋਲੀ ਜਾਂਦੇ ਨੇ। ਉਹਨਾਂ ਨੂੰ ਮੁਜਾਹਿਦ ਸਾਹਿਬ, ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਹੈਗਾ ਕਿ ਕਿਹਦੇ ਅੱਗੇ ਅੰਗਰੇਜ਼ੀ ਬੋਲਣੀ ਹੈ ਤੇ ਕਿਹਦੇ ਅੱਗੇ ਨਹੀਂ ਬੋਲਣੀ। ਨਾਲੇ ਇਹ ਕਿਹੜਾ ਮਿਆਰ ਹੋਇਆ ਕਿ ਅੰਗਰੇਜ਼ੀ ਬੋਲਣ ਵਾਲਾ ਬੰਦਾ ਚੰਗਾ ਹੁੰਦਾ ਬਈ? ਇਹ ਕਿੱਦਾਂ ਹੋ ਸਕਦਾ? ਇੱਕ ਜ਼ਬਾਨ ਆ ਨਾ, ਬਿਲਕੁਲ ਇੱਕ ਜ਼ਬਾਨ ਆ, ਉਹ ਇਜ਼ਹਾਰੇ ਰਾਏ ਦਾ ਇੱਕ ਤਰੀਕਾ ਹੈ, ਉਹ ਕਿਸੇ ਹੋਰ ਖਿੱਤੇ ਦੀ ਹੈ। ਸਹੀ, ਉਹਦੇ 'ਚ ਚੰਗਾ ਮਾੜਾ ਜਾਂ ਅੱਛਾ ਬੁਰਾ ਨਹੀਂ ਹੈਗਾ ਕਿ ਮੈਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਤੇ ਮੈਂ ਮਾੜਾ ਬੰਦਾ ਆ ਜਾਂ ਮੈਂ ਕਿਸੇ ਤਰੀਕੇ ਨਾਲ ਕੋਈ ਨੀਚ ਆਦਮੀ ਹੈ। ਇਨਸਾਨ ਨੇ ਆਪਣੇ ਕਰਤੂਤਾਂ ਤੋਂ, ਆਪਣੇ اخلاق ਤੋਂ, ਆਪਣੇ ਕਬੀਲੇ ਦੀ ਤਰਬੀਅਤ ਤੋਂ ਪਛਾਣਿਆ ਜਾਣਾ। ਉਹਨੂੰ ਅਗਰ ਮੌਕੇ ਨਹੀਂ ਮਿਲੇ ਸਕੂਲ ਜਾਣ ਦੇ ਜਾਂ ਪੜ੍ਹਨ ਦੇ, ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕੋਈ ਜਾਹਿਲ ਆਦਮੀ ਹੈ। ਜਾਹਲ ਤਾਂ ਕੋਈ ਪੜ੍ਹਿਆ ਲਿਖਿਆ ਵੀ ਹੋ ਸਕਦਾ ਤੇ ਹਜ਼ਾਰਾਂ ਪੜ੍ਹੇ ਲਿਖੇ ਜਾਹਲ ਮੈਂ ਤੁਹਾਨੂੰ ਦਿਖਾ ਦਿੰਦਾ। ਸਹੀ ਗੱਲ, ਹਜ਼ਾਰਾਂ ਪੜ੍ਹੇ ਲਿਖੇ ਜਾਹਲ ਤੁਹਾਨੂੰ ਮੈਂ ਦਿਖਾ ਦਿੰਦਾ ਕਿ 5 ਕਰੋੜ ਰੁਪਏ ਦੀ ਗੱਡੀ ਹੈ ਤਾਂ ਉਹਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਲੱਗਾ ਕਿ ਲਾਲ ਰੰਗ ਕੀ ਹੁੰਦਾ ਤਾਂ ਪੀਲਾ ਕੀ ਹੁੰਦਾ, ਹਰਾ ਕੀ ਹੁੰਦਾ। ਉਸ ਤੋਂ ਵੱਡਾ ਵੀ ਕੋਈ ਜਾਹਲ ਹੋਣਾ। ਵਾਹ 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 ਵਾਹ। ਤੇ ਮਤਲਬ ਕਿ ਜਾਹਲ ਤਾਂ ਤੁਹਾਨੂੰ ਮੈਂ ਉਹ ਵੀ ਦਿਖਾ ਦਿੰਦਾ ਜਿਹਨੇ 3 ਲੱਖ ਰੁਪਏ ਦਾ ਬ੍ਰਾਂਡ ਦਾ, ਬੜੇ ਵੱਡੇ ਬ੍ਰਾਂਡ ਦਾ 3 ਪੀਸ ਪਾਇਆ ਹੈ, ਲੇਕਿਨ ਉਹ ਸਾਲਣ ਪਾਉਣ ਲੱਗਿਆ ਉਹ ਇੰਜ ਵਿਆਹ ਤੇ ਮਰਨ ਡਿਆ ਹੈ ਕਿ ਜਿਵੇਂ ਨਾ ਆਖਰੀ ਵਾਰੀ ਰੋਟੀ ਖਾਣੀ ਹੈ। ਉਹਦੇ ਨਾਲੋਂ ਬਹੁਤਾ ਸਮਝਦਾਰ ਤੇ ਬਹੁਤਾ ਅਕਲਮੰਦ ਤੇ ਬਹੁਤਾ ਪੜਿਆ ਲਿਖਿਆ ਉਹ ਧੋਤੀ ਵਾਲਾ ਪੇਂਡੂ ਆ ਜਿਹੜਾ ਆਪਣੇ ਪੁੱਤ ਨੂੰ ਇਹ ਕਹਿਣ ਡਿਆ ਕਿ ਪੁੱਤ ਕੋਈ ਮਸਲਾ ਨਹੀਂ ਹੈਗਾ, ਇਹਨਾਂ ਨੂੰ ਖਾ ਲੈਣ ਦੇ ਬੇਟੇ, ਆਪਾਂ ਆਰਾਮ ਨਾਲ ਲੈ ਲਾਂਗੇ। ਉਹ ਆ ਪੜਿਆ ਲਿਖਿਆ। ਇੱਥੋਂ ਤਾਂ ਫਿਰ ਭਾਜੀ ਇਹ ਸਾਬਤ ਹੁੰਦਾ ਕਿ ਡਿਗਰੀਆਂ ਨਾਲ ਜਾਂ ਕਲਾਸਾਂ ਪੜ੍ਹਨ ਨਾਲ ਹੀ ਸੋਚ ਨਾਲ ਬੰਦਾ ਪੜਿਆ ਲਿਖਿਆ ਗੁਰਮਤ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਕਦੋਂ ਹਰ ਟਾਈਮ ਜੇਬ 'ਚ ਆਪਣੇ ਡਿਗਰੀ ਪਾ ਕੇ ਫਿਰਨਾ ਆ ਕਿ ਜੀ ਆ ਤੁਸੀਂ ਕਿਸੇ ਮਹਿਫਲ 'ਚ ਜਾਂਦੇ ਆ ਤਾਂ ਸਭ ਤੋਂ ਪਹਿਲੇ ਆਪਣੀ ਡਿਗਰੀ ਕੱਢ ਕੇ ਦਿਖਾਉਂਦੇ ਆ ਕਿ ਜੀ ਆ ਦੇਖਿਓ ਜੀ ਮੈਂ MBA ਕੀਤਾ ਹੈ? ਨਹੀਂ, ਤੁਹਾਡੀ ਗੁਫ਼ਤਗੂ ਨੇ, ਤੁਹਾਡੇ ਉੱਠਣ ਬੈਠਣ ਨੇ, ਤੁਹਾਡੇ ਤੌਰ ਤਰੀਕੇ ਨੇ ਦੱਸਣਾ ਹੈ ਕਿ ਤੁਹਾਡਾ ਕਬੀਲਾ ਕੀ ਹੈ, ਤੁਹਾਡਾ ਹਸਬ ਨਸਬ ਕੀ ਹੈ, ਤੁਸੀਂ ਕਿਹੜੇ ਬਾਪ ਦੀ ਔਲਾਦ ਆ। ਵਾਹ ਵਾਹ ਵਾਹ। ਜਿੱਲੇ ਤੁਹਾਡਾ ਤਰੀਕਾਕਾਰ ਅੱਛਾ ਆ, ਤੁਹਾਡਾ ਉੱਠਣ ਬੈਠਣ ਅੱਛਾ ਆ ਤੇ ਅਗਲਾ ਖੁਦ ਬਖੁਦ ਆਪਣੇ ਦਿਲ 'ਚ ਇਹ ਗੱਲ ਖਿਆਲ ਕਰੇਗਾ ਕਿ ਬਈ ਕੋਈ ਸਮਝਦਾਰ ਆਦਮੀ। ਉੱਥੇ ਤੁਹਾਡੀਆਂ ਪੜ੍ਹਾਈਆਂ ਜ਼ੀਰੋ ਹੋ ਗਈਆਂ। ਨਾਲੇ ਜਿਹੜੀ ਤੁਹਾਡੀ ਪੜ੍ਹਾਈ ਹੈ, ਜਿਹੜੀ ਡਿਗਰੀਆਂ, ਉਹ ਸਿਰਫ ਤੁਸੀਂ ਰੋਜ਼ਗਾਰ ਵਾਸਤੇ, ਮੁਆਸ਼ ਵਾਸਤੇ ਲੈਣੀਆਂ ਨੇ ਕਿ ਜੀ ਮੈਂ ਆਹ ਕਰਾਂਗਾ ਤਾਂ ਮੇਰੀ ਆਹ ਨੌਕਰੀ ਲੱਗੇਗੀ, ਇਹ ਪੜ੍ਹ ਲਾਂਗਾ ਤੇ ਇਹ ਨੌਕਰੀ ਲੱਗੇਗੀ, ਇਹ ਫਲਾਨੀ ਜਿਹੜੀ ਜੌਬ ਆ ਉਹਦੀ ਆਹ ਰਿਕੁਆਇਰਮੈਂਟ ਆ। ਬੰਦਾ ਹੋਣਾ ਸਭ ਤੋਂ ਪਹਿਲੇ ਜ਼ਰੂਰੀ ਹੈ। ਆਪਣੇ ਫੈਸਲਾਬਾਦ ਬਹੁਤ ਬੜਾ ਇੱਕ ਟੈਕਸਟਾਈਲ ਮਿਲ ਹੈ ਇੰਟਰਲੂਪ ਜੀ, ਉਹਨਾਂ ਦੇ ਮਾਲਕ ਨੇ ਮੁਸੱਦਕ ਸਾਹਿਬ ਜੀ। ਤੁਸੀਂ ਦੇਖੋ, ਮੈਂ ਇੱਕ ਬਹੁਤ ਲੰਬਾ ਅਰਸਾ ਜ਼ਿੰਦਗੀ ਦਾ ਉਹਨਾਂ ਦੇ ਘਰ ਮਜ਼ਦੂਰੀ ਕੀਤੀ। ਉਹਨਾਂ ਨੇ ਆਪਣੀ ਫੈਮਿਲੀ ਦੇ ਨਾਲ ਅਗਰ ਇੰਗਲਿਸ਼ ਬੋਲ ਰਹੇ ਹੁੰਦੇ ਸੀ ਨਾ ਆਪਸ ਚ, ਜਿੱਲੇ ਉਹਨਾਂ ਦਾ ਮੇਰੇ ਵੱਲ ਇੰਜ ਧਿਆਨ ਆਉਣਾ ਨਾ, ਉਹਨਾਂ ਨੇ ਫੌਰਨ ਕਹਿਣਾ ਅਜਾਜ਼ ਯਾਰ ਆ ਜਿਹੜਾ ਆ ਇਹਨੂੰ ਐਦਾਂ ਕਰਕੇ ਤੇ ਬੇਟੇ ਇਹਨੂੰ ਐਦਾਂ ਕਰਕੇ ਕਰ। ਵਾਹ 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 ਵਾਹ। ਵੱਡੇ ਲੋਕ, ਬਿਲਕੁਲ ਅਜ਼ੀਮ ਲੋਕ ਜਿਨ੍ਹਾਂ ਨੂੰ ਇੰਨੀ ਸੈਂਸ ਹੈ, ਇੰਨਾ ਪਤਾ ਹੈ ਕਿ ਵੀ ਮੇਰੇ ਅੱਗੇ ਬੰਦਾ ਕੌਣ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਮਜ਼ਦੂਰ ਆਦਮੀ ਹੈ। ਪੜ੍ਹਾਈ ਦਾ ਤਾਂ ਮਕਸਦ ਹੈ ਕਿ ਮੁਆਸ਼ਰਾ ਸਵਾਰਨਾ, ਬਸ। ਪੜ੍ਹਾਈ ਦਾ ਮਕਸਦ ਇਹ ਨਹੀਂ ਹੈਗਾ ਕਿ ਆਪਦਾ ਸਟੇਟਸ ਅੱਗੇ ਰੱਖਣਾ, ਆਪਦਾ ਡਿਗਰੀਆਂ ਅੱਗੇ ਰੱਖਣੀਆਂ, ਆਪਦੀ ਇੰਗਲਿਸ਼ ਅੱਗੇ ਰੱਖਣੀ। ਨਾ, ਤੁਸੀਂ ਜੇਕਰ 4 ਜਮਾਤਾਂ ਪੜ੍ਹੇ ਹੋ ਤਾਂ ਤੁਸੀਂ ਉਹਦੀ ਤਰਬੀਅਤ ਕਰੋ, ਆਉਣ ਵਾਲੀ ਨਸਲ ਨੂੰ, ਆਪਦੇ ਬੱਚਿਆਂ ਨੂੰ, ਆਪਦੇ ਆਂਢ ਗੁਆਂਢ ਵੀ। ਨਾਲੇ ਮੇਰੀ ਗੱਲ ਸੁਣੋ, ਇਹ ਜਿਹੜੀ ਨਾ ਅਗਲੇ ਬੰਦੇ ਤੇ ਅਸਰ ਪਾਉਣਾ, ਅਸੀਂ ਕਿਸੇ ਫੌਤਗੀ ਤੇ ਚਲੇ ਗਏ, ਕਿਸੇ ਵਿਆਹ ਤੇ ਚਲੇ ਗਏ, ਸਾਡੇ ਨਾਲ ਇੱਕ ਬੈਠਾ ਆ ਭਾਬਸ਼ੀਰ। ਭਾਬਸ਼ੀਰ ਦਾ ਹੈਗਾ ਚਾਹ ਦਾ ਹੋਟਲ। ਭਾਬਸ਼ੀਰ ਆਇਆ ਹੈ ਜੀ ਕਿਤੇ, ਮਤਲਬ ਰਹੀਮ ਯਾਰ ਖਾਨ ਤੋਂ, ਸਾਈਵਾਲ ਤੋਂ, ਲਈਏ ਤੋਂ, ਕਿੱਥੋਂ ਆਇਆ। ਉਹ ਵਿਚਾਰਾ ਆਪਣਾ ਆਇਆ ਹੈ ਬਰਾਦਰੀ ਚ ਨੱਕ ਰੱਖਣ, ਮੂੰਹ ਦਿਖਾਉਣ ਕੇ ਚਲੋ ਜੀ ਅਸੀਂ ਫੌਤਗੀ ਤੇ ਆਏ। ਤੁਸੀਂ ਉਹਦੇ ਕੋਲ ਬਹਿ ਕੇ ਗੱਡੀਆਂ ਦੀਆਂ ਗੱਲਾਂ,
ਬੰਗਲਿਆਂ ਦੀਆਂ ਗੱਲਾਂ, ਸਹੀ ਪੈਸੇ ਦੀਆਂ ਗੱਲਾਂ, ਉਹਨੂੰ ਕੀ ਸੁਣਾਉਂਦਾ ਹੈ? ਇਹ ਜਦੋਂ ਕੋਈ ਬੰਦਾ ਐਸਾ ਟੱਕਰੇ ਨਜ਼ਰ ਆਵੇ, ਉਹਨੂੰ ਇਹ ਸਮਝ ਲਓ ਕਿ ਮਰੀਜ਼ ਆਦਮੀ ਹੈ, ਜ਼ਿਹਨੀ ਮਰੀਜ਼ ਆਦਮੀ ਹੈ, ਸਹੀ। ਜਿਹਦੇ ਦਿਮਾਗ ਨੂੰ ਇਸ ਟਾਈਮ ਨਾ ਬੁਖਾਰ ਚੜਿਆ ਆ ਗੱਡੀਆਂ ਦਾ, ਪੈਸਿਆਂ ਦਾ ਤੇ ਆਪਣੀਆਂ ਕਾਮਯਾਬੀਆਂ ਦਾ। ਨੌ ਦੌਲਤੀ ਹੈ। ਉਹਨੂੰ ਆਰਾਮ ਨਾਲ ਨਾ ਉਹਦੀ ਤਬੀਅਤ ਦੇ ਮੁਤਾਬਕ ਹਾਂਜੀ ਹਾਂਜੀ ਕਰਕੇ ਨਾ ਉਹਨੂੰ ਕਹੋ ਜੀ ਓਕੇ। ਇਹ ਭਾਜੀ ਉਹਦੇ ਨੇ ਸਟੇਟਸ ਕੰਪਲੈਕਸ ਦੇ ਸ਼ਿਕਾਰ, ਅਰੇ ਲਓ ਜੀ, ਸਟੇਟਸ ਕੰਪਲੈਕਸ ਦੇ ਸ਼ਿਕਾਰ। ਇੱਥੇ ਇੱਕ ਮੈਡੀਕਲ ਕੰਪਲੈਕਸ ਵੀ ਹੈ ਬਹੁਤ ਅੱਛਾ, ਉੱਥੇ ਵੀ ਕਿਸ ਟਾਈਮ ਗੇੜਾ ਲਾਉਣਾ ਤੁਸੀਂ। ਠੀਕ ਨਹੀਂ ਇਹ ਤੈਨੂੰ ਲਫ਼ਜ਼ ਯਾਦ ਕਿੰਨੇ ਕਰਾਇਆ? ਅਸਲ 'ਚ ਦੁਰਮਨ ਸਾਹਿਬ ਗੱਲ ਇਹ ਹੈ ਕਿ ਇਹ ਸਾਰੇ ਮਾਮਲੇ ਉਹ ਨੇ ਜਿਨ੍ਹਾਂ 'ਚ ਨਾ ਤੁਸੀਂ ਰੱਬ ਦੇ ਬੰਦੇ ਨਹੀਂ ਹੁੰਦੇ। ਹਾਏ ਆਇਆ ਰੱਬ ਦਾ ਬੰਦਾ ਉਹ ਹੁੰਦਾ ਆ ਜਿਹਦੇ ਕੋਲ ਬਹਿ ਕੇ ਕੋਈ ਵੀ ਬੰਦਾ ਆਪਣੇ ਆਪ ਨੂੰ ਛੋਟਾ ਬੰਦਾ ਮਹਿਸੂਸ ਨਾ ਕਰੇ। ਵਾਹ 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 ਵਾਹ, ਇਹ ਬਾਤ ਹੈ, ਬਿਲਕੁਲ ਸਹੀ ਗੱਲ ਉਹ ਹੈ। ਹੁੰਦਾ ਹੈ ਰੱਬ ਦਾ ਬੰਦਾ। ਰੱਬ ਦਾ ਆ ਵੀ ਬੰਦਾ ਬਿਲਕੁਲ ਸਹੀ ਹੈ ਇਹ ਵੀ ਹਕੀਕਤ ਗੱਲ ਆ ਤਾਲੀਮ। ਭਾਜੀ। ਹਾਂ। ਆ ਬੰਦੇ ਕੋਈ ਬੈਠੇ ਨੇ ਨਾ ਪੁੰਜੇ, ਹਾਂ। ਤੇ ਜੇ ਕੋਈ ਰੱਬ ਦਾ ਬੰਦਾ ਆਇਆ, ਪੈਂਟ ਕੋਟ ਪਾਇਆ, ਵੱਡੀ ਗੱਡੀ 'ਚ ਉਤਰਿਆ, ਤੇ ਜੇ ਉਹ ਉਹਦੇ ਵਾਸਤੇ ਕੁਰਸੀ ਲੈਣ ਚੱਲਾ ਨਾ, ਤੇ ਉਹਨੇ ਕਿਹਾ ਨਹੀਂ ਨਹੀਂ, ਜੇ ਤੂੰ ਇੱਥੇ ਬੈਠਾ ਤੇ ਮੈਂ ਨਹੀਂ ਬਹਿ ਸਕਦਾ। ਉਹ ਰੱਬ ਦਾ ਬੰਦਾ ਹੈ। ਉਹ ਹੈ ਰੱਬ ਦਾ ਰੱਬ ਦਾ ਬੰਦਾ ਹੈ। ਜਿਹਦੇ ਨਾਲ ਬੈਠਾ ਆ ਆਪਣੇ ਆਪ ਨੂੰ ਗਰੀਬ, ਮਾੜਾ ਜਾਂ ਕਮਤਰ ਤਸਵਰ ਨਾ ਕਰੇ। ਵਾਹ 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 ਵਾਹ। ਉਹਦੀ ਬਾਡੀ ਲੈਂਗੁਏਜ, ਉਹਦੀ ਗੁਫ਼ਤਗੂ, ਉਹਦਾ ਬਹਿਣੀ ਖਲੋਣੀ ਐਸੀ ਹੋਵੇ ਕਿ ਉਹ ਫਰਕ ਹੀ ਖਤਮ ਹੋ ਜਾਵੇ। ਉਹ ਜਿਹੜਾ ਮਾੜਾ ਬੰਦਾ ਬੈਠਾ ਨਾ, ਉਹ ਵੀ ਇਹ ਸਮਝੇ ਯਾਰ ਆਪਣਾ ਯਾਰ ਹੀ ਹਾਂਜੀ 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 ਹਾਂਜੀ, ਉਹਨੂੰ ਹੌਸਲਾ ਹੋ ਜਾਂਦਾ। ਉਹ ਰੱਬ ਦਾ ਬੰਦਾ ਹੁੰਦਾ ਹੈ। ਬਿਲਕੁਲ ਸਹੀ ਤੇ ਗੱਲ, ਰੱਬ ਦਾ ਬੰਦਾ ਬਣਨਾ ਚਾਹੀਦਾ ਹੈ ਜੀ। ਸਹੀ ਗੱਲ। ਕੰਮ ਔਖਾ ਆ, ਹਾਂਜੀ। ਲੇਕਿਨ ਇਸ ਤੋਂ ਸੌਖਾ ਵੀ ਕੋਈ ਨਹੀਂ, ਗੱਲ ਸਿਰਫ ਸਮਝ ਆਉਣ ਦੀ ਹੈ। ਬਿਲਕੁਲ ਸਹੀ। ਮਾੜੀ ਜਿਹੀ ਉਹ ਘੁੰਡੀ ਜਿਹੀ ਹੈ, ਹਾਂਜੀ ਹਾਂਜੀ, ਉਹ ਘੁੰਡੀ ਜਿਹੀ ਸਮਝ ਆ ਜਾਵੇ ਨਾ, ਤੇ ਬੰਦਾ ਗੱਲ ਨੂੰ ਸਮਝ ਲੈਂਦਾ ਹੈ ਕਿ ਵੀ ਮੈਂ ਵੱਡਾ ਬੰਦਾ ਨਹੀਂ ਬਣਨਾ, ਰੱਬ ਦਾ ਬੰਦਾ ਰੱਬ ਦਾ ਬਣਨਾ। ਬੰਦਾ ਬਹੁਤ ਬੰਦਾ ਅੱਛਾ। ਤੁਹਾਡੀ 6 ਵਜੇ ਲਾਰੀ ਨਿਕਲ ਨਹੀਂ ਜਾਂਦੀ। ਮੈਨੂੰ ਇਦਾਂ ਹੀ ਲੱਗ ਰਿਹਾ ਵਾ ਕਿ ਹੁਣ ਮਤਲਬ ਨੌਲੇਜ ਹੀ ਇਹਨਾਂ ਨੂੰ ਆਇਆ। ਮੈਂ ਪੌਜ਼ ਹੀ ਚੈੱਕ ਕਰ ਰਿਹਾ ਹੁੰਨਾ ਵਾਂ ਵੀ ਵਿੱਚ ਕਿੱਥੇ ਕਿ ਮੈਂ ਬੋਲਾਂ, ਜਦ ਕਿ ਆਲਰੇਡੀ। ਹਾਂਜੀ, ਤੁਹਾਨੂੰ ਪਤਾ ਨਹੀਂ ਹੈਗਾ, ਅੱਛਾ ਜੀ। ਇਹ ਜਾਣਬੁੱਝ ਕੇ ਤੁਹਾਨੂੰ ਪੌਜ਼ ਨਹੀਂ ਦਿੰਦੇ। ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਅਗਰ ਅਸੀਂ ਪੌਜ਼ ਦੇਤਾ ਤੇ ਤਾਂ ਫਿਰ ਬਾਅਦ ਇਹਨੂੰ ਸਾਨੂੰ ਚੁੱਕੋਗੇ। ਨਹੀਂ, ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਅਗਰ ਤੁਹਾਨੂੰ ਇਹਨਾਂ ਨੇ ਪੌਜ਼ ਦੇਤਾ, ਬਾਅਦ ਚ ਇਹ ਪੌਜ਼ ਨੂੰ ਪੂਰੀ ਜ਼ਿੰਦਗੀ ਤਰਸਦੇ ਫਿਰਨਗੇ। ਵਾਹ 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 ਵਾਹ। ਤੁਸੀਂ ਬਾਡੀ ਬਿਲਡਰ ਆਦਮੀ, ਲੈਕਚਰ ਦੇਣ ਵਾਲੇ ਆਦਮੀ, ਹਾਂ। ਤੁਸੀਂ ਕਿਸੇ ਟਾਈਮ ਵੇਖੇ ਨਹੀਂ ਉਹ ਬੋਲਦੇ ਡਿੱਗ ਪੈਂਦੇ ਆ। ਹਾਂ। ਤੇ ਉਹ ਫਿਰ ਜਿਹੜੇ ਪਿਛਲੀਆਂ ਸੀਟਾਂ ਤੇ ਬੈਠੇ ਹੁੰਦੇ ਉਹ ਆਣ ਕੇ ਚੱਕਦੇ ਨੇ। ਹਾਂ, ਸਾਨੂੰ ਹਜੇ ਤੁਹਾਡੀ ਲੋੜ ਆ, ਲੋੜ ਹੈ। ਬਸ ਐਸ ਕਰ। ਜੇ ਲੋੜ ਹੈ ਨਾ ਪੁੱਤਰ, ਤੇ ਕਮ ਅਜ਼ ਕਮ ਇਹ ਸੋਚ ਕੇ ਹੀ ਮੇਰੇ ਕੋਲੋਂ ਕੋਈ ਸਿੱਖ ਲਿਆ ਕਰੋ, ਵਿੱਚ ਕੋਈ ਪੌਜ਼ ਦਿਆ ਕਰੋ। ਮੈਨੂੰ ਵੀ, ਮੈਂ ਕੋਈ ਖੰਡਾ ਨਹੀਂ, ਬੁੱਲ ਨਹੀਂ ਪਾਟਾ ਮੇਰਾ ਕਿ ਮੈਨੂੰ ਗੱਲ ਨਹੀਂ ਆਉਂਦੀ। ਸਾਰੀ ਗੱਲ ਮੇਨ ਲੁਬੇ ਲਬਾਬ ਇਹ ਹੀ ਹੈਗਾ ਕਿ ਤਾਲੀਮ ਜਿਹੜੀ ਹੈਗੀ ਨਾ, ਉਹ ਅਕਲ ਨੂੰ ਸ਼ਾਈਨਿੰਗ ਦਿੰਦੀ ਹੈ। ਤਾਲੀਮ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਦੇ ਉੱਤੇ ਕੋਈ ਮਤਲਬ ਆਪਣਾ ਬੜਤੋ ਦੇ ਉੱਤੇ ਕਰੋ। ਨਹੀਂ ਦਰਅਸਲ ਸਾਹਿਬ ਤੁਸੀਂ ਗੱਲ ਸਮਝੀ ਨਹੀਂ। ਕੀ ਵਜ੍ਹਾ? ਮੇਰੀਆਂ ਲਾਲਾਂ ਵਗਦੀਆਂ, ਨਹੀਂ। ਮੈਂ ਮਸਤ ਹਾਂ, ਨਹੀਂ ਮੇਰੀ ਪੈਂਟ ਲੈ ਕੇ ਡਿੱਗ ਪੈਂਦੀ ਹੈ, ਮੈਂ ਟੁਰਦਾ ਤੇ ਛਿੱਕਾ ਮਾਰਦਾ ਰਹਿਣਾ। ਮੈਂ ਗੱਲ ਕਿਉਂ ਨਹੀਂ ਸਮਝਿਆ? ਇਹ ਮਤਲਬ ਕਿ ਮੈਂ ਸਮਝ ਲਓ ਕਿ ਮੈਂ ਇੱਕ ਡਾਕਟਰ ਹਾਂ, ਮੈਂ ਤੁਹਾਨੂੰ ਰੋਕ ਕੇ ਨਾ ਵਿੱਚ ਚੈੱਕ ਕੀਤਾ ਹੈ ਕਿ ਤੁਹਾਡੀ ਜ਼ਿਹਨੀ ਹਾਲਤ ਕੀ ਹੈ। ਬਿਲਕੁਲ ਦਰੁਸਤ ਹੁਣ ਹੈ। ਤੁਸੀਂ ਦੇਖੋ ਨਾ 10 ਗੱਲਾਂ ਕਰਤੀਆਂ, ਮੈਂ ਡਿੱਗ ਪੈਣਾ, ਮੇਰੀ ਪੈਂਟ ਲੱਗ ਸਕਦੀ, ਕੋਈ ਵੀ ਨਾਰਮਲ ਆਦਮੀ ਇਦਾਂ ਕਰ ਹੀ ਨਹੀਂ ਸਕਦਾ। ਇਸ ਕਰਕੇ ਤੁਹਾਨੂੰ ਇਹ ਯਕੀਨ ਹੁਣ ਦਿਵਾ ਇਹ ਰਹੇ ਜਿਹੜਾ ਹਾਂ। ਬੰਦਾ ਕਹਿ ਰਿਹਾ ਕਿ ਮੇਰੀ ਪੈਂਟ ਡਿੱਗ ਪੈਂਦੀ ਹੈ, ਇਹਦਾ ਪੜ੍ਹਾਈ ਨਾਲ ਕੀ ਤਲਕ ਹੈ? ਇਹਦਾ ਇਹ ਮਤਲਬ ਹੈਗਾ ਕਿ ਜਿਨ੍ਹਾਂ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਕਿ ਪੈਂਟ ਅਗਰ ਪਾਈ ਹੋਵੇ ਤੇ ਉਹਦੀ ਬੈਲਟ ਆਪਣੇ ਮੁਤਾਬਕ ਬੰਨੀ ਦੀ ਹੈ, ਵੀ ਤੁਰੇ ਜਾਂਦੇ ਦੀ ਡਿੱਗ ਪੈਂਦੀ ਹੈ। ਲਓ ਜੀ, ਮੈਂ ਕਦੀ ਵੀ ਪੈਂਟ ਦੇ ਨਾਲ ਬੈਲਟ ਨਹੀਂ ਜੇ ਪਾਇਆ, ਮੇਰੀ ਤੇ ਨਹੀਂ ਡਿੱਗਦੀ। ਅੱਛਾ ਆ ਦੇਖੋ ਤਾਰਾ ਸਾਹਿਬ, ਹੁਣ ਇਸ ਵਾਸਤੇ ਤੁਹਾਨੂੰ ਹੁਣ ਅਸੀਂ 3 ਬੰਦੇ ਜਿਹੜੇ ਆ, ਇਹ ਕਾਬੂ ਨਹੀਂ ਆ ਰਹੇ ਮੇਰੇ। ਹਾਂ ਆ ਦੇਖੋ, ਹੁਣ ਤੁਸੀਂ ਮੈਂ ਗੱਲ ਕੰਪਲੀਟ ਨਹੀਂ ਕੀਤੀ, ਤੁਸੀਂ ਵਿੱਚ ਓਵਰਲੈਪ ਕੀਤਾ ਹੈ। ਅੱਛਾ। ਇਹ ਸਾਬਤ ਕਰ ਰਿਹਾ ਹੈ ਕਿ ਤੁਹਾਡਾ ਨਾ ਕੋਈ ਮਸਲਾ ਹੈ। ਹਾਂ, ਮੈਨੂੰ ਹੈ ਵਾ ਕੋਈ। ਇਹ ਸਟੈਪ ਬਾਈ ਸਟੈਪ ਕਰੀ ਦੀ ਹੈ, ਫਿਰ ਉਸ ਤੋਂ ਬਾਅਦ ਵਾਰੀ-ਵਾਰੀ ਸਿਰ ਕਰੀ ਦੀ ਹੈ। ਮੈਂ ਤੁਹਾਡੇ ਵਿੱਚ ਕੋਈ ਮੂੜਾ ਨਹੀਂ ਰੱਖਿਆ ਵੀ ਮੇਰੇ ਉੱਤੇ ਕਿਸੇ ਨੇ ਆ ਕੇ ਬਹਿਣਾ ਵਾ। ਮੈਂ ਵੀ ਗੱਲਾਂ ਕਰਨੀਆਂ ਨੇ, ਸਮਝ ਆਈ ਕਿ ਨਹੀਂ? ਹੁਣ ਜਿਹੜਾ ਤੂੰ ਆ ਜਿਹੜਾ ਸੋਸ਼ਲ ਕੰਪਲੈਕਸ ਹੁੰਦਾ ਹੈ, ਫਲਾਣਾ ਹੁੰਦਾ ਹੈ, ਤਲਫਜ਼ ਤੇਰੇ ਗੱਲਾਂ ਕਰਨਾ ਤੂੰ ਕਰਦੋ ਪਿਆ ਜਿਹੜਾ। ਲੇਕਿਨ ਹੈ ਇੰਜੀ ਹੈ ਕਿ ਤੁਸੀਂ ਦੋਵਾਂ ਜਣੇ ਨਾ ਤੇਰਾ ਥੋੜਾ ਜਿਹਾ ਕੋਈ ਤੁਹਾਡਾ ਕਲੱਚ, ਕੋਈ ਬ੍ਰੇਕ, ਕੋਈ ਤੁਹਾਡੀ ਕੋਈ ਸਪੀਡ ਦੇ ਵਿੱਚ ਕੋਈ ਸਪੀਡ ਬ੍ਰੇਕਰ ਹੈ ਕਿ ਨਹੀਂ, ਉਹ ਵੇਖ ਲਓ ਵੀ ਹੈ। ਮੈਂ ਐਨਕ ਲਾ ਕੇ ਵੇਖਣਾ। ਅੱਛਾ, ਤੁਸੀਂ ਤਾਰਕ ਸਾਹਿਬ ਨੂੰ ਅਗਰ ਚਾਹੁੰਦੇ ਆ ਕਿ ਲਤਾੜ ਕੇ ਅਗਲੇ ਪਾਸੇ ਲੰਘ ਜਾਓਗੇ, ਤੇ ਇਹ ਤੁਹਾਡੀ ਗਲਤਫਹਿਮੀ ਹੈ। ਨਹੀਂ ਜੀ, ਜਿਹੜਾ ਮਾੜਾ ਕੋਟ ਪਾਇਆ ਕੌਣ ਉਤਾਰ ਸਕਦਾ? ਮਾੜਾ ਕੀ ਇਹਨੂੰ ਗੁਰੂ ਗੋਬਿੰਦ ਅਫਸਰਾਂ ਦਾ ਕੋਟ ਨਹੀਂ, ਰੇਲ ਗੱਡੀ 'ਚ ਸ਼ਰਬਤ ਵੇਚਣ ਵਾਲਾ ਕੋਟ ਆ। ਨਹੀਂ, ਇਹ ਰਿਟਾਇਰਡ ਅਫਸਰਾਂ ਦਾ ਕੋਟ ਆ। ਓਏ ਦਿਮਾਗ ਚੋਂ ਇਹਦੇ ਕਿਤੇ ਇਮਲੀ ਆਲੂ ਬੁਖਾਰਾ ਨਿਕਲੇ ਤੇ ਇਹਨੂੰ ਕਿਤੇ ਸਮਝ ਆਵੇ। ਉਹ ਸ਼ਰਟ ਵੀ ਫਾਉਂਡੇ ਥੱਲੋਂ। ਠੀਕ ਹੈ ਜੀ, ਇਦਾਂ ਦਾ ਬੰਦਾ ਨਾ
ਆਪਣੀ ਜ਼ਿਪ ਖੋਲ ਕੇ ਤੇ ਆਪਣੇ ਚਪੇੜਾ ਮਾਰ ਲਾ ਬੰਦਾ ਉਹ ਕਿ ਯਾਰ ਉਸ ਤਰ੍ਹਾਂ ਮਾਰ ਲਾ ਵਿੱਚ ਜ਼ਿਪ ਦਾ ਤੁਹਾਨੂੰ ਨਾ ਹੁਣ ਜੇ ਕਈ ਬੋਤਲੇ ਆ ਜੇ ਤੈਨੂੰ ਹੁਣ ਜ਼ਬਾਨ ਲੱਗ ਗਈ ਹੈ ਨਾ ਗੱਲ ਸੁਣ ਮੇਰੀ। ਤੇ ਆਪਣੇ ਦਰਦ ਉਸ ਦਾਇਰੇ 'ਚ ਰਿਹਾ ਕਰ। ਕਈ ਬੰਦੇ ਜ਼ਿਪ ਖੋਲਦੇ ਯਾਰ ਮੇਰੀ ਗਰਮੀ ਮੇਰੇ ਦਿਲ ਘਬਰਾਣ ਡੇ ਇਹੋ ਜਿਹੇ ਬੰਦੇ ਜ਼ਿਪ ਖੋਲ ਕੇ ਮੰਗਣ ਲੱਗ ਪੈਂਦਾ ਮੇਰਾ ਬਾਈਪਾਸ ਹੋਇਆ ਬਾਈਪਾਸ ਹੋਇਆ ਤੁਹਾਨੂੰ ਕੀ ਪਤਾ ਵੇ ਸਾਨੂੰ ਕੀ ਪਤਾ ਹੋਵੇ ਜੀ ਪਤਾ ਤੇ ਇਹਨਾਂ ਨੂੰ ਮੈਨੂੰ ਤਸਲੀਮ ਸਾਹਿਬ ਦੀ ਗੱਲ ਚੇਤੇ ਆ ਗਈ ਕਿ ਜਦੋਂ ਇਦਾਂ ਦੇ ਬੰਦੇ ਦਾ ਸਾਹ ਘੁੱਟਿਆ ਜਾਂਦਾ ਨਾ ਤੇ ਗਿਰੇਬਾਨ ਦਾ ਬਟਨ ਨਹੀਂ ਖੋਲਦਾ ਕਫ ਦਾ ਬਟਨ ਖੋਲ ਉਹ ਮਰ ਗਿਆ ਓਏ ਅੱਲਾ ਦੇ ਬੰਦੇ ਆ ਸਾਹ ਨੂੰ ਤਾਸ ਕੋਲ ਜੀ ਆ ਬਟਨ ਖੋਲੇਗਾ ਕਾਲੇ ਏਡੇ ਨੇ ਨਾ ਪੈਰਾਂ ਦੇ ਬੜੇ ਕਾਲੇ ਖਾਸਾਂ ਦੀ ਗੱਲ ਆਮਾ ਅੱਗੇ ਨਹੀਂ ਮੁਨਾਸਬ ਕਰਨੀ। ਲੇਕਿਨ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ। ਨਹੀਂ ਜੀ ਇਹ ਤਾਰਕ ਸਾਹਿਬ ਅਜ਼ਲਾਂ ਦੇ ਵਿਗੜੇ ਹੋਏ ਲੋਕ ਨੇ। ਓਏ ਮਰ ਗਿਆ ਵਾਹ ਵਾਹ ਵਾਹ, ਤੁਹਾਡੇ ਅਸੀਂ ਇਹਨਾਂ ਨੇ ਆ ਵੇਖੋ ਨਾ ਹੁਣ ਨਹੀਂ ਕਰੀ ਦੀ ਗੱਲ ਤਾਰਕ ਸਾਹਿਬ ਨਹੀਂ ਇਹਨਾਂ ਨੇ ਠੀਕ ਹੋਣਾ। ਇਹਨਾਂ ਨੇ ਠੀਕ ਨਹੀਂ ਹੋਣਾ। ਕਰ ਲੋ ਠੀਕ ਇਹਨਾਂ ਨੂੰ ਤੁਸੀਂ